ਭੈਣ ਪਿਆਰਿਓ ਤੇ ਮਾਂ ਦੇ ਦੁਲਾਰਿਓ, ਮੈਂ ਤੁਹਾਡਾ ਆਪਣਾ ਬਲਵਿੰਦਰ ਲੱਖੇਵਾਲੀ। ਦੋਸਤੋ, ਸਭ ਤੋਂ ਪਹਿਲਾਂ ਤਾਂ ਮੈਂ ਉਸ ਨੀਲੀ ਛੱਤ ਵਾਲੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਜਿਹੜਾ ਪੂਰਾ ਵਿਸ਼ਵ ਮਹਾਂਮਾਰੀ ਦੇ ਦੌਰ 'ਚੋਂ ਲੰਘ ਰਿਹਾ, ਇਹਦੇ ਤੋਂ ਜਲਦੀ ਸਾਨੂੰ ਨਿਜਾਤ ਮਿਲੇ, ਅਸੀਂ ਦੁਬਾਰ ਤੋਂ ਫਿਰ ਹੱਸਣਾ ਖੇਡਣਾ ਸ਼ੁਰੂ ਕਰੀਏ। ਤੇ ਮੈਂ ਦੋਸਤੋ ਅੱਜ ਜਿਹੜਾ ਸੁਬਾਹ ਆਪਣੇ ਫੇਸਬੁੱਕ ਪੇਜ ਤੇ ਪਾਇਆ ਸੀ ਕਿ ਕੀ ਪਿੱਪਲ ਰਾਤ ਨੂੰ ਆਕਸੀਜਨ ਦਿੰਦਾ, ਤਾਂ ਇਸ ਬਾਬਤ ਬੜੇ ਲੋਕਾਂ ਨੂੰ ਵਹਿਮ ਭਰਮ ਬੜਾ ਕੁਛ ਸੀਗਾ। ਤੇ ਉਹ ਚੀਜ਼ ਨੂੰ ਦੂਰ ਕਰਨ ਲਈ ਜਿਹੜਾ ਆਪਾਂ ਅੱਜ ਲਾਈਵ ਹੋ ਰਹੇ ਆ, ਪਿੱਪਲ ਦੀ ਗੱਲ ਕਰਨੀ ਹੈ। ਤੇ ਕੀ ਸਾਰੇ ਪਿੱਪਲ ਰਾਤ ਨੂੰ ਆਕਸੀਜਨ ਛੱਡਦੇ ਆ? ਇਸ ਗੱਲ ਦਾ ਜਿਹੜਾ ਜਵਾਬ ਹੈ ਉਹ ਮਿੱਤਰੋ ਜ਼ਰੂਰ ਦੇਵਾਂਗੇ। ਉਸ ਤੋਂ ਪਹਿਲਾਂ ਪਿੱਪਲ ਬਾਰੇ ਕੁਝ ਆਮ ਗੱਲਾਂ ਕਰਦੇ ਹਾਂ। ਹੁਣ ਇਸ ਲੋਕਡਾਊਨ ਕਰਫਿਊ ਦੇ ਚੱਲਦਿਆਂ ਮੈਂ ਤੁਹਾਨੂੰ ਬਹੁਤ ਵੱਡਾ ਆਕਾਰੀ ਪਿੱਪਲ ਦੇ ਕੋਲ ਤਾਂ ਲੈ ਕੇ ਨਹੀਂ ਜਾ ਸਕਦਾ ਸੀ। ਮੇਰੇ ਘਰ ਮੈਂ ਹਜੇ ਕੁਛ ਦਿਨ ਪਹਿਲਾਂ ਹੀ ਬੌਨਸਾਈ ਬਣਾਉਣਾ ਸ਼ੁਰੂ ਕੀਤਾ, ਤਾਂ ਇਸ ਪਿੱਪਲ ਨੂੰ ਸਾਹਮਣੇ ਰੱਖ ਕੇ ਆਪਾਂ ਪਿੱਪਲ ਦੀਆਂ ਜਿਹੜੀਆਂ ਹੈਗੀਆਂ ਗੱਲਾਂ ਕਰਦੇ ਹਾਂ। ਅਤੇ ਜਿੱਦਾਂ ਸਿਆਣੇ ਕਹਿੰਦੇ ਕਿ ਕੋਈ ਵੀ ਕੰਮ ਕਰਨਾ ਹੋਵੇ, ਕਾਰਜ ਕਰਨਾ ਹੋਵੇ, ਪਹਿਲਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ। ਅਤੇ ਆਪਾਂ ਗੱਲ ਕਰਦੇ ਕਿ ਪਿੱਪਲ ਦਾ ਜਿਹੜਾ ਸੰਬੰਧ ਹੈ ਧਰਮਾਂ ਨਾਲ ਕਿੱਦਾਂ। ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਜਿਹੜਾ ਪਿੱਪਲ ਦਾ ਜ਼ਿਕਰ ਹੈ ਬਾਣੀ 'ਚ ਵੀ ਆਉਂਦਾ ਕਿ ਸੰਗਤ ਸੰਤ ਸਗ ਲਗ ਉੱਚੇ ਜੋ ਪੀਪ ਪਲਾਸ ਖਾਏ ਲੀਜੇ। ਇਹ ਚੌਥੇ ਪਾਤਸ਼ਾਹੀ ਦੀ ਬਾਣੀ ਹੈ। ਅਤੇ ਜੇ ਅਸੀਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਨੈਣੀਤਾਲ ਦੇ ਕੋਲ ਜਿਹੜਾ ਨਾਨਕ ਮਤਾ ਸਤਾਰਗੰਜ ਦੇ ਅੰਦਰ ਪਿੱਪਲ ਸਾਹਿਬ ਹੈਗਾ। ਕਿਸੇ ਜ਼ਮਾਨੇ ਵਿੱਚ ਇੱਥੇ ਗੋਰਖ ਪੰਥ ਨਾਥ ਜੋਗੀਆਂ ਦਾ ਜਿਹੜਾ ਮੱਠ ਹੋਇਆ ਕਰਦਾ ਸੀ। ਇਸ ਤੋਂ ਬਿਨਾਂ ਇੱਕ ਹੋਰ ਗੁਰਦੁਆਰਾ ਸਾਹਿਬ ਹੈਗਾ, ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈਗਾ, ਜਿਹਨੂੰ ਅਸੀਂ ਜਿਹੜਾ ਗੁਰਦੁਆਰਾ ਪਿੱਪਲੀ ਸਾਹਿਬ ਦੇ ਨਾਂ ਨਾਲ ਜਾਣਦੇ ਹਾਂ। ਇਹ ਸਥਾਨ ਪੁਤਲੀ ਘਰ ਅੰਮ੍ਰਿਤਸਰ ਵਿਖੇ ਆ। ਇਸ ਤੋਂ ਬਿਨਾਂ ਇੱਕ ਹੋਰ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਪਿੱਪਲੀ ਸਾਹਿਬ, ਜਿਹੜਾ ਬਿਲਗਾ ਜ਼ਿਲ੍ਹਾ ਜਲੰਧਰ ਵਿਖੇ ਸਥਿਤ ਹੈ। ਅਤੇ ਮਿੱਤਰੋ, ਇਸ ਤੋਂ ਬਿਨਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਹਿੰਦੂ ਮਿਥਿਹਾਸ ਦੀ, ਤਾਂ ਹਿੰਦੂ ਮਿਥਿਹਾਸ ਦੇ ਵਿੱਚ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਜੀ ਨਾਲ ਜਿਹੜਾ ਜੁੜਿਆ ਹੋਇਆ ਰੁੱਖ ਹੈ। ਹਿੰਦੂ ਧਰਮ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਦੀ ਪੂਜਾ ਵੀ ਬਹੁਤ ਕੀਤੀ ਜਾਂਦੀ ਆ। ਅਤੇ ਉਹਨਾਂ ਨੇ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਕਿਹਾ ਸੀ ਕਿ ਜੇ ਰੁੱਖਾਂ ਦੇ ਵਿੱਚੋਂ ਮੈਂ ਪਿੱਪਲ ਹਾਂ। ਈਵਨ ਇਹ ਵੀ ਜਿਹੜਾ ਹੈਗਾ ਕਿਤਾਬਾਂ ਦੇ ਪੰਨੇ ਦੱਸਦੇ ਆ ਕਿ ਜਿਹੜੀ ਉਹਨਾਂ ਦਾ ਸੁਰਗਵਾਸ ਹੋਇਆ ਸੀ ਉਹ ਵੀ ਪਿੱਪਲ ਦੇ ਰੁੱਖ ਥੱਲੇ ਹੋਇਆ ਸੀ। ਅਤੇ ਹਿੰਦੂ ਧਰਮ 'ਚ ਇਸ ਨੂੰ ਜਿਹੜਾ ਬ੍ਰਹਮਾ ਦਾ ਅਵਤਾਰ ਪਿੱਪਲ ਨੂੰ ਮੰਨਿਆ ਜਾਂਦਾ। ਅਤੇ ਇਹਨੂੰ ਜਿਹੜਾ ਮਹਾਤਮਾ ਬੁੱਧ ਦੇ ਨਾਲ ਜੁੜਿਆ ਹੋਣ ਕਾਰਨ, ਕਿਉਂਕਿ ਇਹਦਾ ਜਿਹੜਾ ਉਹਨਾਂ ਨੂੰ ਚਾਨਣ ਹੋਇਆ ਸੀ, ਪ੍ਰਕਾਸ਼ ਹੋਇਆ ਸੀ, ਉਹ ਇਸ ਰੁੱਖ ਥੱਲੇ ਹੋਇਆ ਸੀ ਗੌਤਮ ਬੁੱਧ ਜੀ ਨੂੰ। ਅਤੇ ਇਹਦਾ ਨਾਂ ਵੀ ਇਸ ਕਰਕੇ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਇਹਨੂੰ ਬੋਧੀ ਜਿਹੜਾ ਟਰੀ ਜਾਂ ਬੋਧੀ ਰੁੱਖ ਦੇ ਨਾਂ ਨਾਲ ਜਾਣਿਆ ਜਾਂਦਾ। ਸ਼੍ਰੀਲੰਕਾ ਵਿੱਚ ਤਕਰੀਬਨ 2000 ਤੋਂ ਵੀ ਪੁਰਾਤਨ ਸਾਲ ਜਿਹੜਾ ਹੈਗਾ ਉਮਰ ਦਾ ਜਿਹੜਾ ਰੁੱਖ ਹਜੇ ਵੀ ਲੱਗਿਆ ਹੋਇਆ। ਅਤੇ ਸਾਡੀਆਂ ਜਿਹੜੀਆਂ ਲੋਕ ਕਥਾਵਾਂ ਨੇ ਉਹਨਾਂ ਦੇ ਵਿੱਚ ਜਿਹੜਾ ਪਿੱਪਲ ਨੂੰ ਜਿਹੜਾ ਬੋਹੜ ਦੀ ਮਾਦਾ ਜਾਣੀ ਪਤਨੀ ਮੰਨਿਆ ਜਾਂਦਾ। ਸੋ ਪਿੱਪਲ ਸਾਡੇ ਇਤਿਹਾਸ ਮਿਥਿਹਾਸ ਦੇ ਵਿੱਚ ਤਾਂ ਇਹਦਾ ਜ਼ਿਕਰ ਹੈ ਹੀ ਹੈ। ਈਵਨ ਜਿਹੜੇ ਸਾਡੇ ਸਾਹਿਤ ਸੱਭਿਆਚਾਰ 'ਚ ਵੀ ਇਹਦੀਆਂ ਬਹੁਤ ਵੰਨਗੀਆਂ ਮਿਲਦੀਆਂ, ਜਿਵੇਂ ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ, ਤੇਰੀਆਂ ਠੰਡੀਆਂ ਛਾਵਾਂ, ਟਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ, ਪਿੱਪਲੀ ਤੇ ਦੋ ਪੀਂਘਾਂ ਪਾਈਆਂ, ਦੋ ਮਟਿਆਰਾਂ ਝੂਟਣ ਆਈਆਂ, ਪੀਂਘ ਚੜਾਈ ਵੰਗ ਟਕਰਾਈ, ਜੋੜਾ ਟੁੱਟ ਗਿਆ ਵੰਗਾਂ ਦਾ, ਮੈਂ ਆਸ਼ਿਕ ਹੋ ਗਈ ਵੇ ਰਾਂਝਣਾ, ਪੀੜ ਦੇਖ ਕੇ ਦੰਦਾਂ ਦਾ। ਸੋ ਮਤਲਬ ਜਿਹੜਾ ਦਰਅਸਲ ਕੀ ਹੈ, ਜਿਵੇਂ ਅੱਜ ਕੱਲ੍ਹ ਆਪਾਂ ਸਾਰੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਫੇਸਬੁੱਕ ਵਟਸਐਪ 'ਤੇ ਬੈਠੇ ਰਹਿੰਦੇ ਹਾਂ,
ਤੇ ਜਿਹੜੀ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਸੀ ਉਹਨਾਂ ਕੋਲੇ WhatsApp Facebook ਤਾਂ ਹੁੰਦਾ ਨਹੀਂ ਸੀਗਾ। ਉਹ ਇਹਨਾਂ ਪਿੱਪਲਾਂ ਜਿਹੜਾ ਹੈਗੇ ਆ ਬੋਹੜਾਂ ਦੇ ਜਿਹੜੇ ਵਿਸ਼ਾਲ ਰੁੱਖ ਸੀ ਉਹਨਾਂ ਦੀ ਥਾਵੇਂ ਬੈਠਦੇ ਸੀ, ਚਰਚਾ ਕਰਦੇ ਸੀ। ਜਿਹੜੇ ਮੁਟਿਆਰਾਂ ਗੀਟੇ ਖੇਡਣ ਤੋਂ ਲੈ ਕੇ ਕਿੱਕਲੀਆਂ ਪਾਉਂਦੀਆਂ ਸੀਗੀਆਂ, ਪੀਂਘਾਂ ਝੂਟਦੀਆਂ ਸੀਗੀਆਂ, ਚਾਦਰਾਂ ਕੱਢਦੀਆਂ ਸੀ, ਚਰਖ ਕੱਤਦੀਆਂ ਸੀ। ਗੱਭਰੂ ਤੇ ਜਿਹੜੇ ਬਜ਼ੁਰਗ ਸੀ ਰਲ ਮਿਲ ਤਾਸ਼ ਖੇਡਦੇ ਸੀ। ਪਿੰਡ ਦੀ ਜਿਹੜੀ ਰਾਜਨੀਤੀ ਤੋਂ ਲੈ ਕੇ ਜਿਹੜਾ ਦੇਸ਼ ਭਰ ਵਿਸ਼ਵ ਭਰ ਦੀ ਰਾਜਨੀਤੀ, ਮੰਜੇ ਵਟਣਾ ਵਾਣ ਵਟਣਾ, ਮੰਜੇ ਬੁਣਨਾ, ਅਮਲੀਆਂ ਖਾਸ ਕਰਕੇ ਜਿਹੜੇ ਪਿੰਡਾਂ ਦੀਆਂ ਸੱਥਾਂ ਜਿਹੜੀਆਂ ਇਹਨਾਂ ਦੇ ਥੱਲੇ ਪਿੱਪਲਾਂ ਬੋਹੜਾ ਥੱਲੇ ਲੱਗਦੀਆਂ ਸੀਗੀਆਂ, ਅਮਲੀਆਂ ਦੇ ਇੱਕ ਖਾਸ ਕਰੈਕਟਰ ਉੱਥੇ ਪਾਏ ਜਾਂਦੇ ਸੀ, ਆਉਂਦੀ ਜਾਂਦੀ ਨੂੰ ਟੀਚਰ ਕਰਦੇ। ਤਾਂ ਮਤਲਬ ਇਹ ਸਾਡੇ ਸਾਹਿਤ ਸੱਭਿਆਚਾਰ ਦਾ ਵੀ ਬਹੁਤ ਅਹਿਮ ਜਿਹੜਾ ਹਿੱਸਾ ਹੈਗਾ ਜਿਹੜਾ ਪਿੱਪਲ ਦਾ ਰੁੱਖ ਹੈ। ਤੇ ਦੋਸਤੋ ਇਸ ਗੱਲ ਨੂੰ ਤਾਂ ਮੇਰੇ ਖਿਆਲ ਸ਼ਾਇਦ ਹੀ ਕੋਈ ਬਦਨਸੀਬ ਹੋਊਗਾ ਵੀ ਜਿਹਨੇ ਪਿੱਪਲ ਦਾ ਰੁੱਖ ਨਾ ਦੇਖਿਆ ਹੋਵੇ। ਇਹ ਇੱਕ ਬਹੁਤ ਵੱਡਾ ਵੱਡ ਆਕਾਰੀ ਰੁੱਖ ਹੋ ਜਾਂਦਾ ਹੈਗਾ। ਤੇ ਪਿੱਪਲ ਦੇ ਪੱਤੇ ਖਾਸ ਤੌਰ ਤੇ ਬੜੇ ਉਹਦਾ ਵੀ ਲੋਕ ਗੀਤਾਂ 'ਚ ਜ਼ਿਕਰ ਆਉਂਦਾ, ਪਿੱਪਲ ਦੇ ਪੱਤਿਆਂ ਵੇ ਕਿਹੀ ਖੜਖੜ ਲਾਈ ਆ, ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ। ਪਿੱਪਲ ਦੇ ਪੱਤਿਆਂ ਪੱਤ ਨੇ ਸਾਵੇ ਵੇ ਨਿੱਤ ਕਰਲਾਵਾਂ ਬੀਬਾ ਮੈਂ ਤੇਰੇ ਹਾਵੇ ਵੇ। ਤਾਂ ਇਹ ਜਿਹੜੇ ਮਾਰਚ ਮਹੀਨੇ ਦੇ ਅਖੀਰ ਤੋਂ ਤੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੇ ਇਹਦੇ ਨਵੇਂ ਜਿਹੜੇ ਨਿਕਲੇ ਪੱਤੇ ਆ ਜਿਹੜੇ ਮੈਂ ਨੇੜੇ ਤੋਂ ਦਿਖਾਉਣਾ, ਉਹਨਾਂ ਦਾ ਰੰਗ ਜਿਹੜਾ ਬੜਾ ਖੂਬਸੂਰਤ ਹੁੰਦਾ, ਹਰਾ ਨਹੀਂ ਹੁੰਦਾ। ਇਹ ਗੁਲਾਬੀ ਭਾਅ ਮਾਰਦਾ ਮਾਰਦਾ ਹੌਲੀ 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 ਇਹ ਹਰੇ ਰੰਗ ਵੱਲ ਜਾਂਦਾ। ਤੇ ਇਹ ਤਾਂਬੇ ਰੰਗਾ ਰੰਗ ਵੀ ਇਹਦੇ ਚੋਂ ਮਹਿਸੂਸ ਹੁੰਦਾ ਬੜਾ ਅੱਛੀ ਤਰ੍ਹਾਂ। ਇਹਦੇ ਜਿਹੜੇ ਜਦੋਂ ਆਪਾਂ ਪੱਤਿਆਂ ਨੂੰ ਦੇਖਦੇ ਹਾਂ ਤੇ ਇਹ ਲਿਸ਼ਕਾਂ ਮਾਰਦੇ ਚਮਕਦਾਰ ਪੱਤੇ ਹੁੰਦੇ ਆ। ਇਹਦੇ ਦਿਲ ਦੀ ਸ਼ਕਲ ਵਰਗੇ ਜਿਹੜੇ ਪੱਤੇ ਆ ਅੱਜ ਦਾ ਤੁਸੀਂ ਦੇਖ ਰਹੇ ਹੋ। ਇਹਦੀਆਂ ਵਿਚਲੀਆਂ ਰਗਾਂ ਦੇਖੋ ਕਿੰਨੀਆਂ ਖੂਬਸੂਰਤ ਲੱਗ ਰਹੀਆਂ ਨੇ। ਇਹਦੀ ਪੁਰਾਣੇ ਪੱਤੇ ਹਲਕੀ ਜਿਹੀ ਜਿਹੜੀ ਖੜਖੜਾਹਟ ਨਾਲ ਵੀ ਆਵਾਜ਼ ਆਉਂਦੀ ਹੈ, ਜਿਹੜੀ ਗਰਮੀਆਂ ਦੇ ਵਿੱਚ ਸੁੱਤੇ ਪਏ ਇਨਸਾਨ ਨੂੰ ਲੋਰੀ ਦੇਣ ਦਾ ਅਹਿਸਾਸ ਕਰਵਾਉਂਦੀ ਹੈ। ਜੇ ਅਸੀਂ ਪੱਤਿਆਂ ਤੋਂ ਬਾਅਦ ਫੁੱਲਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਬੜੀ ਰੌਚਕ ਗੱਲ ਹੈ ਕਿ ਕੀ ਤੁਸੀਂ ਸਭ ਨੇ ਪਿੱਪਲ ਦੇ ਜਾਂ ਬੋਹੜ ਦੇ ਫੁੱਲਾਂ ਨੂੰ ਦੇਖਿਆ? ਬਹੁਤ ਘੱਟ। ਕਾਰਨ ਕੀ ਹੈ ਕਿ ਅਸਲ 'ਚ ਇਹਨਾਂ ਨੂੰ ਜਿਹੜੀਆਂ ਲੱਗਣ ਵਾਲੀਆਂ ਜਿਹੜੇ ਫਲ ਰੂਪੀ ਜੋ ਸਾਨੂੰ ਮਹਿਸੂਸ ਹੁੰਦਾ ਹੈ, ਗੋਲਾਂ ਲੱਗਦੀਆਂ ਨੇ। ਤੇ ਉਹ ਜਿਹੜੀਆਂ ਗੋਲਾਂ ਹੁੰਦੀਆਂ ਨੇ ਉਹ ਅਸਲ 'ਚ ਫਲ ਨਹੀਂ ਹੁੰਦੀਆਂ, ਉਹ ਇੱਕ ਤਰ੍ਹਾਂ ਦਾ ਖੋਲ ਹੁੰਦੀਆਂ। ਉਹਦੇ ਵਿੱਚ ਜਿਹੜਾ ਫੁੱਲ ਤੇ ਫਲ ਦੋਨੋਂ ਪਾਏ ਜਾਂਦੇ ਆ। ਇਹ ਸਾਡੇ ਜਿੰਨੇ ਵੀ ਬੋਹੜ, ਪਿੱਪਲ, ਗੂਲਰ ਆਦਿ ਇੱਕੋ ਜਾਤੀ ਦੇ ਜਿਹੜੇ ਰੁੱਖ ਨੇ, ਗੋਲਾਂ ਬਾਰੇ ਵੀ ਜਿਹੜਾ ਫੋਕ ਦੇ ਵਿੱਚ ਜ਼ਿਕਰ ਆਉਂਦਾ ਕਿ ਪਿੱਪਲਾਂ ਉੱਤੇ ਆਈਆਂ ਬਹਾਰਾਂ ਬੋਹੜਾਂ ਨੂੰ ਲੱਗੀਆਂ ਗੋਲਾਂ, ਛੱਡ ਕੇ ਨਾ ਜਾਈ ਮਿੱਤਰਾ ਦਿਲ ਦੇ ਬੋਲ ਮੈਂ ਬੋਲਾਂ। ਗੋਲਾਂ ਜਿਹੜੀਆਂ ਸ਼ੁਰੂਆਤੀ ਦਿਨਾਂ 'ਚ ਲਾਲ ਤੇ ਪੱਕ ਕੇ ਹੌਲੀ ਹੌਲੀ ਜਿਹੜੀਆਂ ਨਾ ਜਾਮਣੀ ਰੰਗ ਦੀਆਂ ਹੋ ਜਾਂਦੀਆਂ। ਅੱਛਾ, ਪੰਛੀਆਂ ਦਾ ਜਿਹੜਾ ਇਹਨਾਂ ਨਾਲ ਬੜਾ ਸੰਬੰਧ ਹੈ। ਇਹਨਾਂ ਦਾ ਜਿਹੜਾ ਵਾਧਾ ਹੈਗਾ ਉਹ ਪੰਛੀ ਜਿਹੜੇ ਹੈਗੇ ਆ ਗੋਲਾਂ ਖਾਂਦੇ ਆ। ਉਹਦੇ ਵਿੱਚ ਜਦੋਂ ਗੋਲਾਂ ਖਾਂਦੇ ਆ ਤਾਂ ਜਿਹੜਾ ਬੀਜ ਚਲਾ ਜਾਂਦਾ, ਫਿਰ ਉਹ ਜਦੋਂ ਬਿੱਠਾਂ ਕਰਦੇ ਆ, ਅਕਸਰ ਹੀ ਤੁਸੀਂ ਦੇਖਿਆ ਹੋਣਾ ਟੈਂਕੀਆਂ ਤੇ ਜਾਂ ਉੱਚੇ ਉੱਚੇ ਇਮਾਰਤਾਂ ਦੇ ਕਿਸੇ ਨੁੱਕਰਾਂ ਦੇ ਵਿੱਚ ਚੀਥਾਂ ਦੇ ਵਿੱਚੋਂ ਪਿੱਪਲ ਉੱਗਿਆ ਹੋਇਆ ਹੁੰਦਾ। ਉਹ ਬੇਸਿਕਲੀ ਉੱਥੇ ਬਿੱਠ ਕੀਤੀ ਹੁੰਦੀ ਆ ਤੇ ਉਹਦੇ ਵਿੱਚੋਂ ਜਦੋਂ ਉਹਨੂੰ ਥੋੜ੍ਹਾ ਜਿਹਾ ਵੀ ਮੋਇਸਚਰ ਮਿਲਦਾ, ਸੈੱਲ ਮਿਲਦੀ ਆ ਤੇ ਉਹ ਪਣਪ ਪੈਂਦਾ ਜਿਹੜਾ ਪਿੱਪਲ ਦਾ ਰੁੱਖ ਉੱਗਿਆ ਹੁੰਦਾ। ਤੇ ਬੜੇ ਲੋਕ ਇਹਦੀਆਂ ਜੜ੍ਹਾਂ ਤੋਂ ਡਰਦੇ ਵੀ ਆ, ਪਰ ਜੇ ਇਹਨੂੰ ਸਹੀ ਤਰੀਕੇ ਨਾਲ ਸੋਚ ਸਮਝ ਕੇ ਲਾਇਆ ਜਾਵੇ ਤਾਂ ਇਹ ਬਹੁਤ ਵਧੀਆ ਗੁਣਕਾਰੀ ਰੁੱਖ ਆ। ਤਾਂ ਪਿੱਪਲ ਤੋਂ ਪੂਜਾ ਤਾਂ ਚਲੋ ਹੁੰਦੀ ਹੈ, ਇਹਦੇ ਬਾਰੇ ਤਾਂ ਬਾਹਲੀ ਗੱਲ ਕਰਨੀ ਬਣਦੀ ਨਹੀਂ, ਅਸੀਂ ਸਾਰੇ ਜਾਣਦੇ ਹਾਂ। ਤਾਂ ਇਸ ਤੋਂ ਬਿਨਾਂ ਇਹਦੀ ਛਾਂ ਪ੍ਰਾਪਤੀ ਲਈ ਬਹੁਤ ਬਿਹਤਰੀਨ ਰੁੱਖ ਹੈ। ਇਹਦੇ ਜਿਹੜੇ ਸੱਕ ਤੋਂ ਖਾਸ ਤੌਰ 'ਤੇ ਪੁਰਾਣੇ ਵੇਲਿਆਂ ਦੇ ਵਿੱਚ ਮਸੂੜਿਆਂ ਦੇ ਰੋਗ, ਚਮੜੀ ਦੇ ਰੋਗ, ਕਬਜ਼, ਸਾਹ ਦੇ ਰੋਗ, ਬਾਂਝਪਣ, ਨਕਸੀਰ ਫੁੱਟਣਾ, ਅਨੇਕਾਂ ਬਿਮਾਰੀਆਂ ਦੇ ਜਿਹੜੇ ਇਲਾਜ ਦੇ ਲਈ ਨੁਸਖੇ ਜਿਹੜੇ ਹੈਗੇ ਵੈਦ ਰੋਗ ਤਿਆਰ ਕਰਦੇ ਸੀ। ਜਿਹੜੇ ਇਹਦੇ ਪੱਤੇ ਖਾਸ ਤੌਰ 'ਤੇ ਜਿਹੜੇ ਚਾਰੇ ਦੇ ਰੂਪ ਵਿੱਚ ਜਿਹੜਾ ਉਹ ਵਰਤੇ ਜਾਂਦੇ ਸੀਗੇ ਕਿ ਈਵਨ ਜਿਹੜੇ ਹਾਥੀਆਂ ਦੀ ਬੜੀ ਮਨਪਸੰਦ ਖੁਰਾਕ ਹੈ। ਇੱਕ ਜਿਹੜੇ ਖਾਸ ਤੌਰ 'ਤੇ ਕੁਛ ਸੱਜਣ ਨੇ ਜਿਹੜੇ ਪਿੱਪਲ ਦੀ ਪੂਜਾ ਕਰਦੇ ਆ,
ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪੂਜਾ ਜ਼ਰੂਰ ਕਰੋ, ਪਰ ਜੜ੍ਹਾਂ 'ਚ ਮਿੱਤਰੋ ਤੇਲ ਨਾ ਦਿਆ ਕਰੋ। ਜਦੋਂ ਤੁਸੀਂ ਤੇਲ ਦਿੰਦੇ ਹੋ ਤਾਂ ਜਿਵੇਂ ਪੰਜਾਬੀ ਦੀ ਕਹਾਵਤ ਵੀ ਹੈ ਵੀ ਜੜ੍ਹਾਂ ਹੀ ਤੇਲ ਦੇਣਾ, ਬਸ ਉਹ ਇਹੋ ਜਿਹਾ ਤੇਲ ਦਿੱਤਾ ਜਾਂਦਾ ਕਿ ਉਹ ਵਿਚਾਰਾ ਫਿਰ ਅਖੀਰ 'ਤੇ ਜਦੋਂ ਲੋੜ ਤੋਂ ਵੱਧ ਤੇਲ ਚੱਲਦਾ ਰਹਿੰਦਾ ਤਾਂ ਉਹ ਖਤਮ ਹੋ ਜਾਂਦਾ। ਸੋ ਕੁੱਲ ਮਿਲਾ ਕੇ ਇਹ ਤਾਂ ਮੋਟੀਆਂ ਮੋਟੀਆਂ ਜਿਹੀਆਂ ਗੱਲਾਂ ਸੀਗੀਆਂ ਪਿੱਪਲ ਬਾਰੇ ਵੀ। ਪਿੱਪਲ ਸਾਡੇ ਮਿਥਿਹਾਸ 'ਚ, ਇਤਿਹਾਸ 'ਚ, ਧਰਮ 'ਚ, ਸਾਹਿਤ 'ਚ, ਸੱਭਿਆਚਾਰ 'ਚ, ਦਵਾਈਆਂ ਦੇ ਤੋਂ ਵੱਖ-ਵੱਖ ਪੱਖਾਂ ਤੋਂ ਸਾਡੇ ਨਾਲ ਕਿੱਦਾਂ ਜੁੜਿਆ ਹੋਇਆ। ਇਸ ਤੋਂ ਬਿਨਾਂ ਹੋਰ ਵੀ ਮਤਲਬ ਪਿੱਪਲ 'ਤੇ ਇੱਕ ਕਿਤਾਬ ਲਿਖੀ ਜਾ ਸਕਦੀ ਹੈ, ਸਾਰਾ ਦਿਨ ਪਿੱਪਲ ਬਾਰੇ ਚਰਚਾ ਕੀਤੀ ਜਾ ਸਕਦੀ ਹੈ, ਪਰ ਜਿਹੜੀਆਂ ਮੁੱਖ ਮੋਟੀਆਂ ਗੱਲਾਂ ਸੀ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਹੁਣ ਮੈਂ ਉਸ ਗੱਲ 'ਤੇ ਆਉਣਾ ਜਿਹੜੀ ਗੱਲ ਲਈ ਅੱਜ ਆਪਾਂ ਲਾਈਵ ਹੋਏ ਆ ਕਿ ਕੀ ਪਿੱਪਲ ਦਾ ਰੁੱਖ ਦਿਨ ਪੁਰ ਰਾਤ ਆਕਸੀਜਨ ਦਿੰਦਾ। ਹੁਣ ਜਦੋਂ ਮੈਂ ਇਹ ਗੱਲ ਕਹੂੰਗਾ ਕਿ ਸਾਰੇ ਦੇ ਸਾਰੇ ਜਿਹੜੇ ਪਿੱਪਲ ਦੇ ਰੁੱਖ ਨੇ ਉਹ ਮਿੱਤਰੋ ਰਾਤ ਨੂੰ ਆਕਸੀਜਨ ਨਹੀਂ ਦਿੰਦੇ, ਤੇ ਕਈਆਂ ਨੇ ਮੰਜੇ ਤੋਂ ਜਾਂ ਕੁਰਸੀ ਤੋਂ ਖੜੇ ਹੋ ਜਾਣਾ ਹੈ, ਆਏ ਕਿੱਦਾਂ, ਅਸੀਂ ਤਾਂ ਸਦੀਆਂ ਤੋਂ ਸੁਣਦੇ ਆਏ ਹਾਂ। ਪਰ ਦੋਸਤੋ ਇਹਦੇ ਵਿੱਚ ਮੈਂ ਹੁਣ ਤੁਹਾਨੂੰ ਥੋੜ੍ਹੀ ਜਿਹੀ, ਵੈਸੇ ਮੈਂ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਵੀ ਕੋਈ ਵੀ ਮੈਂ ਲੇਖ ਲਿਖਾਂ ਜਾਂ ਲਾਈਵ ਹੋਵਾਂ, ਮੈਂ ਜ਼ਿਆਦਾ ਸਾਇੰਸ ਵਿੱਚ ਵਾੜਨ ਦੀ ਕੋਸ਼ਿਸ਼ ਕਰਦਾ ਨਹੀਂ ਹੁੰਦਾ, ਪਰ ਇਸ ਵਰਤਾਰੇ ਨੂੰ ਸਮਝਣ ਲਈ ਥੋੜ੍ਹੀ ਜਿਹੀ ਸਾਇੰਸ ਤੁਹਾਨੂੰ ਸਮਝਣੀ ਪੈਣੀ ਹੈ। ਇੱਕ ਫੋਟੋਸਿੰਥਸਿਸ ਹੁੰਦੀ ਹੈ ਜਿਹਨੂੰ ਅਸੀਂ ਪੰਜਾਬੀ 'ਚ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਕਹਿੰਦੇ ਹਾਂ, ਜਿਹਦੇ 'ਚ ਕਾਰਬਨ ਡਾਈਆਕਸਾਈਡ ਬੂਟੇ ਲੈਂਦੇ ਆ ਦਿਨ ਵੇਲੇ ਤੇ ਆਕਸੀਜਨ ਛੱਡਦੇ ਆ। ਇਹ ਅਸੀਂ ਸਾਰੇ ਭਲੀ ਭਾਂਤੂ ਜਾਣੂ। ਜਿਹੜੀ ਰਾਤ ਨੂੰ ਪ੍ਰਕਿਰਿਆ ਹੁੰਦੀ ਹੈ ਉਹਨੂੰ ਰੈਸਪੀਰੇਸ਼ਨ, ਇੱਕ ਤਰ੍ਹਾਂ ਦੀ ਜਿਵੇਂ ਅਸੀਂ ਸਾਹ ਲੈਂਦੇ ਹਾਂ, ਬਸ ਸਿਰਫ ਰੈਸਪੀਰੇਸ਼ਨ ਹੁੰਦੀ ਹੈ, ਇਹਨਾਂ ਦੇ ਭੋਜਨ ਨਹੀਂ ਬਣਦਾ ਹੁੰਦਾ ਜਿਵੇਂ ਸਾਡਾ ਜਾਂ ਬੂਟਿਆਂ ਦਾ। ਉਹਦੇ 'ਚ ਉਹ ਜਿਹੜਾ ਆਕਸੀਜਨ ਲੈਂਦੇ ਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਆ। ਹੁਣ ਜਿਹੜਾ ਜਿਹੜੀ ਸਿੰਥਸਿਸ ਹੈਗੀ ਆ, ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਹੈਗੀ ਆ, ਇਹ ਮੋਟੇ ਤੌਰ 'ਤੇ ਸਾਡੇ ਧਰਤ 'ਤੇ ਜਿੰਨੇ ਵੀ ਰੁੱਖ ਪੌਦੇ ਨੇ ਇਹ ਜ਼ਿਆਦਾਤਰ ਇਹ C3, C4 ਤੇ ਕੈਮ CA ਆ, ਇਹ ਤਿੰਨ ਤਰ੍ਹਾਂ ਦੇ ਜਿਹੜੇ ਹੈਗੇ ਆ ਪਾਥਵੇ ਆ। ਦੁਨੀਆ 'ਤੇ ਜਿਹੜੇ ਤਕਰੀਬਨ 90 ਤੋਂ ਵੀ ਉੱਪਰ 95% ਦੇ ਕਰੀਬ ਜਿਹੜੇ ਰੁੱਖ ਪੌਦੇ ਆ ਉਹਨਾਂ ਦੇ ਵਿੱਚ ਜਿਹੜਾ C3 ਸਾਈਕਲ ਜਿਹੜਾ ਹੈਗਾ ਪਾਥਵੇ ਆ, ਉਹਦੇ ਨਾਲ ਜਿਹੜਾ ਉਹ ਆਪਣਾ ਫੋਟੋਸਿੰਥਸਿਸ ਆ, ਆਪਣੀ ਰੋਟੀ ਪਾਣੀ ਕਹਿ ਲਈਏ ਬਣਾਉਣ ਦਾ ਜਿਹੜਾ ਹੈਗਾ ਉਹ ਪ੍ਰੋਸੈਸ ਕਰਦੇ ਆ, ਤੇ ਬਹੁਤ ਘੱਟ ਬੂਟੇ ਨੇ ਜਿਹੜੇ C4 ਰਾਹੀਂ ਕਰਦੇ ਆ। ਇੱਕ ਕੈਮ ਸਾਈਕਲ ਹੈ CAM, ਇਹ ਜ਼ਿਆਦਾਤਰ ਇਹ ਕਿੱਥੇ ਹੁੰਦਾ, ਕੈਮ ਜਿਹੜਾ ਮੈਟਾਬੋਲਿਜ਼ਮ ਹੈ ਇਹ ਦੋਸਤੋ ਇਹ ਡੈਜ਼ਰਟ ਏਰੀਆ ਜਿਵੇਂ ਆਪਾਂ ਕਹਿ ਦਿੰਦੇ ਆ, ਜਿੱਥੇ ਮਾਰੂਥਲ ਇਲਾਕੇ ਨੇ, ਜਿੱਥੇ ਪਾਣੀ ਦੀ ਬਹੁਤ ਘਾਟ ਰਹਿੰਦੀ ਆ। ਇਹ ਕੁਦਰਤ ਜਿਹੜੀ ਹੈਗੀ ਆ ਬੜੀ ਵਿਸ਼ਾਲ ਹੈ, ਕੁਦਰਤ ਬੜੀ ਜਿਹੜੀ ਹੈਗੀ ਆ ਆਪਣੇ ਆਪ 'ਚ ਸਭ ਚੀਜ਼ ਨੂੰ ਸਮਝਦੀ ਆ। ਉੱਥੇ ਉਹਨਾਂ ਨੇ C3 ਦੀ ਤੇ C4 ਦੀ ਬਜਾਏ ਰੁੱਖ ਪੌਦਿਆਂ ਦੇ ਵਿੱਚ ਕੈਮ ਡਿਵੈਲਪ ਕੀਤਾ ਹੋਇਆ। ਉਹਦੇ 'ਚ ਕੀ ਹੈ ਕਿ ਉਹ ਜਿਹੜੇ ਸਟੋਮੈਟਾ ਨੇ ਉਹ ਦਿਨੇ ਨਹੀਂ ਖੁੱਲ੍ਹਦੇ, ਤੇ ਜੇ ਦਿਨੇ ਨਹੀਂ ਖੁੱਲ੍ਹਦੇ ਤਾਂ ਉਹਦੇ ਵਿੱਚ ਫਿਰ ਜਿਹੜੀ ਉਹਨਾਂ ਦੀ ਪਾਣੀ ਦਾ ਲਾਸ ਹੈ ਉਹ ਨਹੀਂ ਹੁੰਦਾ। ਹੁਣ ਇਹ ਸਾਰੀ ਕਹਾਣੀ ਪਿੱਪਲ ਨਾਲ ਕਿਵੇਂ ਜੁੜਦੀ ਆ? ਪਿੱਪਲ ਜਿਹੜਾ ਹੈਗਾ ਉਹ ਮਿੱਤਰੋ C3 ਵਾਲਾ ਬੂਟਾ ਰੁੱਖ ਹੈ, ਪੌਦਾ, ਪਰੰਤੂ ਮੈਨੂੰ ਲੱਗਦਾ ਦੇਖੋ ਚਿੜੀ ਵੀ ਪਿੱਪਲ ਬਾਰੇ ਸੁਣ ਰਹੀ ਹੈ, ਆਨੰਦ ਲੈ ਰਹੀ ਹੈ। ਅੱਛਾ ਚਲੋ, ਤੇ ਦੋਸਤੋ ਜਿਹੜਾ ਪਿੱਪਲ ਦਾ ਹੈਗਾ, ਜਦੋਂ ਪਿੱਪਲ ਧਰਤੀ 'ਚ ਉੱਗਦਾ ਤਾਂ ਇਹ C3 ਹੁੰਦਾ। ਜਿੰਨੇ ਪਿੱਪਲ ਤੁਸੀਂ ਸਾਡੇ ਆਸ-ਪਾਸ ਦੇਖਦੇ ਹੋ ਜਿੰਨੇ ਵੀ, ਉਹ ਸਾਰੇ ਫੋਟੋਸਿੰਥਸਿਸ ਦਿਨੇ ਕਰਦੇ ਆ ਔਰ ਰਾਤ ਨੂੰ ਕੋਈ ਵੀ ਉਹ ਆਕਸੀਜਨ ਨਹੀਂ ਛੱਡਦੇ। ਪਰੰਤੂ ਕੁਦਰਤ ਦੀ ਖੇਡ ਹੈ ਕਿ ਜਦੋਂ ਤੁਸੀਂ ਇਹ ਚੀਜ਼ ਦੇਖਦੇ ਹੋ ਜਾਂ ਜਦੋਂ ਪਿੱਪਲ ਦਾ ਰੁੱਖ ਕਿਸੇ ਹੋਰ ਰੁੱਖ 'ਤੇ ਉੱਗਦਾ ਤਾਂ ਉਹਦੇ ਵਿੱਚ C3 ਦੀ ਬਜਾਏ ਜਿਹੜਾ ਕੈਮ ਪਾਥਵੇ ਆ CAM ਉਹ ਡਿਵੈਲਪ ਕੁਦਰਤੀ ਤੌਰ 'ਤੇ ਹੋ ਜਾਂਦਾ। ਉਹਦੇ ਡਿਵੈਲਪ ਹੋਣ ਦੇ ਨਾਲ ਜਦੋਂ ਉਹ ਡਿਵੈਲਪ ਹੋ ਜਾਂਦਾ, ਸਟੋਮੈਟਾਜ਼ ਨੇ ਉਹ ਨਹੀਂ ਖੁੱਲ੍ਹਦੇ। ਜਦੋਂ ਸਟੋਮੈਟਾ ਨਹੀਂ ਖੁੱਲ੍ਹਦੇ ਤਾਂ ਉਹ ਫਿਰ ਜਿਹੜਾ ਪ੍ਰੋਸੈਸ ਆ, ਜਿਹੜੇ ਰੇਗਿਸਤਾਨ ਦੇ ਕੁਛ ਪੌਦੇ ਕਰਦੇ ਆ, ਉਹੀ ਚੀਜ਼ ਪਿੱਪਲ ਵੀ ਕਰਦਾ ਤੇ ਉਹ ਰਾਤ ਨੂੰ ਵੀ ਆਕਸੀਜਨ ਛੱਡਦਾ। ਪਰ ਜਦੋਂ ਪਿੱਪਲ ਕਿਸੇ ਹੋਰ ਬੂਟੇ 'ਤੇ ਉੱਗਿਆ ਹੋਇਆ ਹੁੰਦਾ, ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਵੀ ਕਦੇ ਕਿਸੇ ਈਵਨ ਖਜੂਰ 'ਤੇ ਵੀ ਉੱਗਿਆ ਹੁੰਦਾ, ਹੋਰ ਵੀ ਕਈ ਥਾਵਾਂ ਜਿੱਥੇ ਖੋਡਾਂ ਮਿਲ ਜਾਂਦੀਆਂ ਉੱਥੇ ਉੱਗਿਆ ਹੁੰਦਾ। ਪਰ ਇੱਕ ਅਹਿਮ ਚੀਜ਼ ਇਹ ਹੈ
ਕਿ ਜਦੋਂ ਜਦੋਂ ਉਹ ਰੁੱਖ ਜਿਹਦੇ ਤੇ ਪਿੱਪਲ ਅੱਗੇ ਉਗਦਾ ਤਾਂ ਉਹ ਜਦੋਂ ਉਹ ਬੂਟਾ ਖਤਮ ਹੋ ਜਾਂਦਾ, ਮਰ ਜਾਂਦਾ, ਤੇ ਪਿੱਪਲ ਦੀ ਜੜ, ਉਸੇ ਪਿੱਪਲ ਦੀ ਜੜ ਜਦੋਂ ਜ਼ਮੀਨ 'ਚ ਲੱਗ ਜਾਂਦੀ ਹੈ, ਦੁਬਾਰਾ ਫਿਰ C3 ਵਾਲੇ ਸਾਈਕਲ ਤੇ ਆ ਜਾਂਦਾ। ਦੁਬਾਰਾ ਫਿਰ ਦਿਨੇ ਫੋਟੋਸਿੰਥੇਸਿਸ ਹੁੰਦੀ ਆ, ਰਾਤ ਨੂੰ ਜਿਹੜੀ ਹੈਗੀ ਆ ਉਹ ਰੈਸਪੀਰੇਸ਼ਨ ਹੁੰਦੀ ਆ, ਔਰ ਰਾਤ ਨੂੰ ਆਕਸੀਜਨ ਨਹੀਂ ਛੱਡਦਾ। ਸੋ ਕੁੱਲ ਮਿਲਾ ਕੇ ਜੇ ਹੁਣ ਪੰਜਾਬੀ 'ਚ ਗੱਲ ਕਹੀਏ ਤਾਂ ਉਹ ਇਹੀ ਆ ਕਿ ਮਿੱਤਰੋ ਵੀ ਜਿਹੜਾ ਸਾਰੇ ਪਿੱਪਲ ਆ ਰਾਤ ਨੂੰ ਆਕਸੀਜਨ ਨਹੀਂ ਦਿੰਦੇ। ਜਦੋਂ ਪੰਜਾਬੀ 'ਚ ਗੱਲ ਸਪਸ਼ਟ ਸ਼ਬਦਾਂ 'ਚ ਇਹ ਹੈ ਕਿ ਜਦੋਂ ਪਿੱਪਲ ਕਿਸੇ ਹੋਰ ਰੁੱਖ ਪੌਦੇ ਤੇ ਉੱਗਿਆ ਹੋਇਆ ਹੁੰਦਾ, ਉਦੋਂ ਇਹ ਜਿਹੜਾ ਹੈਗਾ ਰਾਤ ਨੂੰ ਆਕਸੀਜਨ ਦਿੰਦਾ, ਔਰ ਉਹਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਆ। ਹੁਣ ਕਈ ਸੱਜਣਾਂ ਦੇ ਸਵਾਲ ਆਏ ਸੀ। ਇੱਕ ਮੇਰੇ ਬਹੁਤ ਹੀ ਪਿਆਰੇ ਸੱਜਣ ਨੇ, ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ, ਸਰਦਾਰ ਹਰਪ੍ਰੀਤ ਸਿੰਘ ਜੀ। ਤਾਂ ਉਹਨਾਂ ਨੇ ਪੁੱਛਿਆ ਸੀ ਕਿ ਕੀ ਪਿੱਪਲ ਨੂੰ ਵੱਡੇ ਗਮਲੇ 'ਚ ਲਾ ਸਕਦੇ ਆ। ਤੇ ਸੋ ਦੋਸਤੋ, ਪਿੱਪਲ ਇੱਦਾਂ ਦਾ ਹੈਗਾ ਵੀ ਇਹ ਤਾਂ ਝੀਥਾਂ 'ਚ ਵੀ ਉੱਗਿਆ ਆਉਂਦਾ। ਤਾਂ ਆ ਜਿਵੇਂ ਤੁਸੀਂ ਦੇਖ ਰਹੇ ਹੋ, ਇਹ ਤਾਂ ਮੈਂ ਐਜ਼ ਏ ਬੋਨਸਾਈ ਤਿਆਰ ਕਰ ਰਿਹਾ, ਤੇ ਇੱਕ ਛੋਟੇ ਜਿਹੇ ਗਮਲੇ 'ਚ ਲੱਗਿਆ ਹੋਇਆ, ਤੇ ਇਹਨੂੰ ਵੱਡੇ ਵੀ ਗਮਲੇ 'ਚ ਲਾ ਸਕਦੇ ਆ। ਈਵਨ ਪਿੱਛੇ ਜਦੋਂ ਅਸੀਂ ਕੁਛ ਮਹੀਨੇ ਪਹਿਲਾਂ ਦਰਬਾਰ ਸਾਹਿਬ ਗਲਿਆਰੇ 'ਚ ਬੂਟੇ ਰੱਖੇ ਸੀ, ਤਾਂ ਉਹਨਾਂ ਦੇ ਵਿੱਚ ਪਿੱਪਲ ਬੂਟ ਦੇ ਵੀ ਜਿਹੜੇ ਰੁੱਖ ਰੱਖੇ ਸੀਗੇ। ਫਿਰ ਇੱਕ ਦੋ ਸੱਜਣਾਂ ਦੇ ਸਵਾਲ ਸੀ ਕਿ ਵੀ ਪਿੱਪਲ ਨੂੰ ਬੋਨਸਾਈ ਵਜੋਂ ਤਿਆਰ ਕੀਤਾ ਜਾ ਸਕਦਾ। ਤਾਂ ਉਹ ਵੀ ਉਸ ਸਵਾਲ ਦਾ ਜਵਾਬ ਬਿਲਕੁਲ ਤੁਹਾਡੇ ਸਾਹਮਣੇ ਆ ਕਿ ਕਿੱਦਾਂ ਇਹ ਜਿਹੜਾ ਹੈਗਾ ਇਹ ਬੋਨਸਾਈ ਬਣਾਉਣਾ ਆਪਾਂ ਸ਼ੁਰੂ ਕੀਤਾ, ਬਕਾਇਦਾ ਬਣਾ ਸਕਦੇ ਹਾਂ। ਫਿਰ ਇੱਕ ਮੁਕਤਸਰ ਤੋਂ ਸੱਜਣ ਨੇ, ਉਹਨਾਂ ਦਾ ਸਵਾਲ ਆਇਆ ਸੀਗਾ ਕਿ ਵੀ ਜਿਹੜਾ ਖਾਦ ਕਦੋਂ ਪਾਉਣੀ ਚਾਹੀਦੀ ਆ, ਹੈ ਨਾ। ਤੇ ਖਾਦ ਦੋਸਤੋ ਇੱਦਾਂ ਹੈਗੀ ਆ ਵੀ ਜੇ ਤੁਸੀਂ ਆਮ ਗਮਲਿਆਂ ਦੇ ਵਿੱਚ ਤੇ ਜਦੋਂ ਬੋਨਸਾਈ ਤਿਆਰ ਕਰਦੇ ਆ, ਹੈ ਨਾ, ਉਹਨਾਂ ਦੇ ਵਿੱਚ ਜਿਹੜਾ ਖਾਦ ਪਾਉਣ ਦਾ ਤਰੀਕਾ, ਖਾਦ ਪਾਉਣ ਦਾ ਸਮਾਂ ਉਹ ਵੱਖ-ਵੱਖ ਹੋ ਜਾਂਦਾ। ਪਰ ਮੋਟੇ ਤੌਰ 'ਤੇ ਖਾਦ ਜਦੋਂ ਵੀ ਬੂਟਿਆਂ ਦੇ ਵਿੱਚ ਪੰਜਾਬੀ 'ਚ ਕੀ ਹੈ ਫਟਾਰਾ ਸ਼ੁਰੂ ਹੋਣਾ ਹੁੰਦਾ, ਉਦੋਂ ਪਹਿਲਾਂ ਪਾਈ ਜਾਵੇ ਤਾਂ ਉਹ ਜਿਹੜਾ ਬਿਹਤਰ ਸਮਾਂ ਬੂਟਿਆਂ ਨੂੰ, ਚਾਹੇ ਉਹ ਗਮਲੇ 'ਚ ਲੱਗੇ ਆ ਜਾਂ ਧਰਤੀ 'ਚ ਲੱਗੇ ਆ, ਉਹੀ ਹੁੰਦਾ। ਪਰੰਤੂ ਜਿਹੜੇ ਵੀ ਮਿੱਤਰਾਂ ਦੀ ਕਿਉਰਿਓਸਿਟੀ ਬੋਨਸਾਈ ਦੇ ਵਿੱਚ ਬਣ ਰਹੀ ਆ, ਤਾਂ ਉਹ ਇੱਕ ਅਲੱਗ ਚੈਪਟਰ ਆ, ਉਹਦੇ ਲਈ ਅਲੱਗ ਸਮਾਂ ਚਾਹੀਦਾ। ਤੇ ਆਉਣ ਵਾਲੇ ਕਿਸੇ ਦਿਨ, ਥੋੜ੍ਹੇ ਬਹੁਤੇ ਦਿਨਾਂ ਦੇ ਵਿੱਚ ਹੀ, ਬਹੁਤ ਜਲਦ ਆਪਾਂ ਬੋਨਸਾਈ 'ਤੇ ਗੱਲ ਕਰਾਂਗੇ ਕਿ ਉਹਦੇ ਵਿੱਚ ਕਿੱਦਾਂ ਗਮਲਿਆਂ ਦੀ ਸਿਲੈਕਸ਼ਨ ਤੋਂ ਲੈ ਕੇ ਬੂਟਿਆਂ ਦੀ ਸਿਲੈਕਸ਼ਨ, ਕਿੱਦਾਂ ਉਹਦਾ ਦੇਖਭਾਲ ਕਰੀਦੀ ਆ। ਉਹ ਸਾਰਾ ਕੁਛ ਜਿਹੜਾ ਹੈਗਾ ਬੋਨਸਾਈ ਬਾਰੇ, ਉਹ ਆਪਾਂ ਉਸ ਪ੍ਰੋਗਰਾਮ 'ਚ, ਉਸ ਲਾਈਵ ਪ੍ਰੋਗਰਾਮ 'ਚ ਕਰਾਂਗੇ ਕਿ ਵੀ ਬੋਨਸਾਈ ਨੂੰ ਕਿੱਦਾਂ ਅਸੀਂ ਤਿਆਰ ਕਿਵੇਂ ਕਰਨੀ ਆ, ਫਿਰ ਉਹਦੀ ਸਾਂਭ ਸੰਭਾਲ ਕਿੱਦਾਂ ਕਰਨੀ ਆ। ਸੋ ਅੱਜ ਦਾ ਜਿਹੜਾ ਮੁੱਖ ਮੁੱਦਾ ਸੀਗਾ ਵੀ ਤੁਹਾਡੇ ਨਾਲ ਪਿੱਪਲ ਬਾਰੇ ਗੱਲਬਾਤ ਕਰਨੀ ਸੀਗੀ ਕਿ ਪਿੱਪਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਕਿਉਂ ਆ, ਪਿੱਪਲ ਦੀ ਲੋਕ ਇੰਨੀ ਪੂਜਾ ਕਿਉਂ ਕਰਦੇ ਆ, ਪਿੱਪਲ ਦਾ ਕੀ ਸੰਬੰਧ ਆ ਸਾਡੇ ਨਾਲ। ਤਾਂ ਮੇਰਾ ਖਿਆਲ ਆ ਕਿ ਤੁਹਾਡੇ ਪਿੱਪਲ ਸੰਬੰਧੀ ਸਾਰੇ ਸੱਜਣ ਬੇਲੀਆਂ ਦੇ ਜਿਹੜੇ ਸਵਾਲ ਆ, ਮਨ ਦੇ ਸ਼ੰਕੇ ਆ, ਖਾਸ ਕਰਕੇ ਰਾਤ ਨੂੰ ਆਕਸੀਜਨ ਛੱਡਦਾ ਕਿ ਨਹੀਂ ਛੱਡਦਾ, ਉਹ ਵੀ ਸਭ ਦੂਰ ਹੋ ਗਏ ਹੋਣਗੇ। ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਆਪ ਸਭ ਤੋਂ ਇਜਾਜ਼ਤ ਲਊਂਗਾ। ਹੱਸਦੇ ਵਸਦੇ ਰਿਹਾ ਕਰੋ। ਜਿਹੜੇ ਹੈਗੇ ਵੰਨ ਸਵੰਨੇ ਜਿਹੜੇ ਫੁੱਲ ਬੂਟੇ ਲਾਉਂਦੇ ਰਿਹਾ ਕਰੋ, ਅਤੇ ਜਿਹੜੇ ਪਹਿਲਾਂ ਲੱਗੇ ਆ ਉਹਨਾਂ ਨੂੰ ਸੰਭਾਲਦੇ ਰਿਹਾ ਕਰੋ। ਇੰਨੀਆਂ ਗੱਲਾਂ ਕਹਿੰਦਾ ਹੋਇਆ ਫਿਰ ਕਿਸੇ ਦਿਨ, ਫਿਰ ਕਿਸੇ ਹੋਰ ਰੁੱਖ ਪੌਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਬਾਏ ਬਾਏ, ਟਾਟਾ, ਸਤਿ ਸ਼੍ਰੀ ਅਕਾਲ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਰੱਬ ਰਾਖਾ।